ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਅਬਾਊਟ ਇਲੈਕਟ੍ਰੋਨ ਬੀਮ ਮਸ਼ੀਨਿੰਗ ਦੇ ਬਾਰੇ, ਜਿਸ ਨੂੰ ਅਸੀਂ EBM ਦੇ ਨਾਲ ਵੀ ਡਿਨੋਟ ਕਰਦੇ ਹਾਂ। ਸੋ ਇਹ ਸਾਡਾ ਪ੍ਰੋਸੈਸ ਜੋ ਹੈ ਇੱਕ ਮਸ਼ੀਨਿੰਗ ਦਾ ਪ੍ਰੋਸੈਸ ਹੈ, ਜਿਸ ਦੇ ਵਿੱਚ ਅਸੀਂ ਅਗੇਨ ਇਲੈਕਟ੍ਰੀਸਿਟੀ ਦਾ ਯੂਜ਼ ਕਰਵਾਉਣਾ ਹੈ ਔਰ ਅਸੀਂ ਮਸ਼ੀਨਿੰਗ ਦਾ ਆਪਰੇਸ਼ਨ ਅਚੀਵ ਕਰਨਾ। ਸੋ ਇਸ ਕੇਸ ਦੇ ਵਿੱਚ ਜਿਵੇਂ ਅਸੀਂ ਜਾਣਦੇ ਹਾਂ ਕਿ ਆਪਾਂ ਜਦੋਂ ਕਰੰਟ ਨੂੰ ਪਾਸ ਕਰਵਾਉਂਦੇ ਹਾਂ ਤਾਂ ਕਰੰਟ ਜਿਹੜਾ ਹੈ ਨੈਗੇਟਿਵ ਟੂ ਪੋਜ਼ੀਟਿਵ ਟਰਮੀਨਲ ਮੂਵ ਕਰਦਾ ਹੈ। ਤਾਂ ਇਸ ਦੇ ਵਿੱਚ ਵੀ ਅਸੀਂ ਕੀ ਕਰਨਾ ਹੈ ਕਿ ਜਦੋਂ ਕੈਥੋਡ ਐਂਡ ਐਨੋਡ ਦੇ ਇਨ ਬਿਟਵੀਨ ਜਦੋਂ ਅਸੀਂ ਇਲੈਕਟ੍ਰਿਕ ਸਪਲਾਈ ਦੇਣੀ ਹੈ ਤਾਂ ਉਸ ਜਗ੍ਹਾ 'ਤੇ ਕੁਝ ਇਲੈਕਟ੍ਰੋਨਸ ਦੀ ਮੂਵਮੈਂਟ ਕਰਵਾਉਣੀ ਹੈ ਅਸੀਂ। ਤਾਂ ਇਲੈਕਟ੍ਰੋਨਸ ਦਾ ਉਹ ਜੋ ਬੀਮ ਹੋਏਗਾ ਉਸ ਨੂੰ ਅਸੀਂ ਇੱਕ ਪਰਟੀਕੂਲਰ ਪਲੇਸ ਦੇ ਉੱਤੇ ਟਾਰਗੇਟ ਕਰਕੇ ਉਹਦੀ ਹੈਲਪ ਦੇ ਨਾਲ ਅਸੀਂ ਮਸ਼ੀਨਿੰਗ ਅਚੀਵ ਕਰਦੇ ਹਾਂ। ਬੇਸਿਕਲੀ ਅਸੀਂ ਹੁਣ ਤੱਕ ਕੀ ਪੜ੍ਹਿਆ ਕਿ ਅਸੀਂ ਵਰਕ ਪੀਸ ਐਂਡ ਟੂਲ ਦੋਨਾਂ ਨੂੰ ਅਸੀਂ ਟਰਮੀਨਲਸ ਕਾਊਂਟ ਕਰਦੇ ਹਾਂ, ਇੱਕ ਨੂੰ ਪੋਜ਼ੀਟਿਵ ਇੱਕ ਨੂੰ ਨੈਗੇਟਿਵ, ਐਂਡ ਇਨ ਬਿਟਵੀਨ ਅਸੀਂ ਇਲੈਕਟ੍ਰਿਕ ਸਪਲਾਈ ਦਿੰਦੇ ਹਾਂ। ਬਟ ਇਸ ਕੇਸ ਦੇ ਵਿੱਚ ਕੀ ਹੋਏਗਾ ਕਿ ਸਾਡਾ ਜੋ ਟੂਲ ਪੋਰਸ਼ਨ ਅਸੀਂ ਕਿਹਾ ਉਸ ਨੂੰ ਹੀ ਅਸੀਂ ਪੋਜ਼ੀਟਿਵ ਨੈਗੇਟਿਵ ਸਪਲਾਈ ਦੇਣੀ ਹੈ ਔਰ ਇਲੈਕਟ੍ਰੋਨਸ ਨੂੰ ਪ੍ਰੋਡਿਊਸ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਇੱਕ ਪਰਟੀਕੂਲਰ ਜਗ੍ਹਾ 'ਤੇ ਹਿੱਟ ਕਰਕੇ ਫੋਕਸ ਕਰਕੇ ਅਸੀਂ ਹੀਟ ਜਨਰੇਟ ਕਰਾਂਗੇ ਔਰ ਉਸ ਜਗ੍ਹਾ 'ਤੇ ਜਦੋਂ ਹੀਟ ਜਨਰੇਟ ਹੋਏਗੀ ਤਾਂ ਮੈਲਟਿੰਗ ਹੋਏਗੀ ਔਰ ਜੋ ਵਰਕ ਪੀਸ ਜਿੱਥੇ ਅਸੀਂ ਟਾਰਗੇਟ ਸੈੱਟ ਕੀਤਾ ਹੈ ਉਸ ਜਗ੍ਹਾ 'ਤੇ ਕੁਝ ਵੈਪੋਰਾਈਜੇਸ਼ਨ ਦੇ ਥਰੂ ਸਾਡਾ ਮਸ਼ੀਨਿੰਗ ਦਾ ਜੋ ਪ੍ਰੋਸੈਸ ਹੈ ਉਹ ਸਾਨੂੰ ਅਚੀਵ ਹੋ ਜਾਏਗਾ। ਨੈਕਸਟ ਨਾਲ ਹੀ ਗੱਲ ਕਰ ਰਿਹਾ ਜੀ, ਦ ਫ੍ਰੀ ਇਲੈਕਟ੍ਰੋਨਸ ਆਰ ਓਬਟੇਨਡ ਫਰੋਮ ਥਰਮੋ ਇਲੈਕਟ੍ਰੋਨਿਕ ਕੈਥੋਡ, ਕਿ ਜਿਹੜੇ ਇਸ ਜਗ੍ਹਾ ਦੇ ਵਿੱਚ ਇਸ ਪ੍ਰੋਸੈਸ ਦੇ ਵਿੱਚ ਅਸੀਂ ਜੋ ਫ੍ਰੀ ਇਲੈਕਟ੍ਰੋਨਸ ਜਨਰੇਟ ਕਰਨੇ ਨੇ ਉਹ ਕਿੱਥੋਂ ਕਰਨੇ ਨੇ ਜੀ? ਥਰਮੋ ਇਲੈਕਟ੍ਰੋਨਿਕ ਕੈਥੋਡ ਤੋਂ। ਕਿਵੇਂ ਹੋਣਗੇ ਜੀ ਉਹ? ਵੈਨ ਦ ਮੈਟਲਸ ਆਰ ਹੀਟਡ ਟੂ ਅ ਟੈਂਪਰੇਚਰ ਐਟ ਵਿਚ ਦ ਇਲੈਕਟ੍ਰੋਨਸ ਐਕਵਾਇਰ ਸਫੀਸ਼ੀਐਂਟ ਸਪੀਡ ਫॉर ਐਸਕੇਪਿੰਗ ਟੂ ਦ ਸਪੇਸ ਅਰਾਊਂਡ ਦ ਕੈਥੋਡ, ਕਿ ਜਦੋਂ ਅਸੀਂ ਕਿਸੇ ਵੀ ਮੈਟਲ ਨੂੰ ਹੀਟ ਇੰਨਾ ਜ਼ਿਆਦਾ ਹੀਟ ਅਪ ਕਰ ਦਿੰਦੇ ਹਾਂ ਕਿ ਉਸ ਦੇ ਵਿੱਚੋਂ ਜੋ ਇਲੈਕਟ੍ਰੋਨਸ ਨੇ ਉਹ ਹਾਈ ਸਪੀਡ ਦੇ ਉੱਤੇ ਉਸ ਤੋਂ ਬਾਹਰ ਨਿਕਲਣੇ ਸਟਾਰਟ ਹੋ ਜਾਂਦੇ ਨੇ ਔਰ ਆਲੇ ਦੁਆਲੇ ਉਹਦੇ ਇਕੱਠਾ ਹੋਣੇ ਸਟਾਰਟ ਹੋ ਜਾਂਦੇ ਨੇ। ਸੋ ਇਸੇ ਪ੍ਰੋਸੈਸ ਦੇ ਵਿੱਚ ਵੀ ਅਸੀਂ ਕੀ ਕਰਨਾ ਹੈ, ਜੋ ਸਾਡਾ ਕੈਥੋਡ ਹੈ ਉੱਥੇ ਅਸੀਂ ਇੱਕ ਫਿਲਾਮੈਂਟ ਯੂਜ਼ ਕਰਾਂਗੇ ਜਿੱਥੇ ਅਸੀਂ ਹੀਟ ਅਪ ਕਰਕੇ ਉਸ ਨੂੰ ਕੁਝ ਇਲੈਕਟ੍ਰੋਨਸ ਨੂੰ ਪ੍ਰੋਡਿਊਸ ਕਰਨਾ। The acceleration of the electrons is carried by an electric field when the focusing and concentration are done by control magnetic field। ਸੋ ਇਸ ਲਾਈਨ ਦੇ ਵਿੱਚ ਉਹ ਗੱਲ ਕਰ ਰਿਹਾ ਕਿ ਅਸੀਂ ਦੋ ਫੀਲਡਸ ਇਸ ਤੋਂ ਇਲਾਵਾ ਵੀ ਯੂਜ਼ ਕਰਨੇ ਨੇ। ਕਹਿੰਦਾ ਜੀ ਇੱਕ ਤਾਂ ਇਲੈਕਟ੍ਰੀਕਲ ਫੀਲਡ ਹੀ ਯੂਜ਼ ਕਰਨਾ ਹੈ, ਦੂਸਰਾ ਅਸੀਂ ਯੂਜ਼ ਕਰਾਂਗੇ ਮੈਗਨੈਟਿਕ ਫੀਲਡ। ਸੋ ਇਸ ਜਗ੍ਹਾ 'ਤੇ ਇਲੈਕਟ੍ਰਿਕ ਫੀਲਡ ਕੀ ਕਰੇਗਾ ਕਿ ਜੋ ਆਪਾਂ ਇਲੈਕਟ੍ਰੋਨਸ ਪ੍ਰੋਡਿਊਸ ਕੀਤੇ ਉਸ ਦੀ ਐਕਸਲਰੇਸ਼ਨ ਨੂੰ ਵਧਾਉਣ ਦੇ ਲਈ ਕੰਮ ਕਰੇਗਾ ਔਰ ਦੂਸਰਾ ਹੈ ਕਿ ਜੋ ਫੋਕਸਿੰਗ ਤੇ ਕੰਸਨਟ੍ਰੇਸ਼ਨ ਜੋ ਹੋਏਗੀ ਕਿ ਉਸ ਬੀਮ ਨੂੰ ਕਿਸ ਜਗ੍ਹਾ 'ਤੇ ਫੋਕਸ ਕਰਨਾ, ਉਹਦੀ ਕੰਸਨਟ੍ਰੇਸ਼ਨ ਕਿੱਥੇ ਬਣਾਉਣੀ ਹੈ, ਉਹ ਅਸੀਂ ਕੰਟਰੋਲ ਐਂਡ ਗਵਰਨ ਕਰਨਾ ਹੈ ਬਾਏ ਦਾ ਮੈਗਨੈਟਿਕ ਫੀਲਡ। ਸੋ ਇਸ ਜਗ੍ਹਾ 'ਤੇ ਕੀ ਹੈ ਨੈਕਸਟ ਗੱਲ ਕਰ ਰਿਹਾ ਕਿ ਜਿਹੜਾ ਕਾਈਨੈਟਿਕ એનર્ਜੀ ਆਫ ਦਾ ਫ੍ਰੀ ਇਲੈਕਟ੍ਰੋਨਸ ਬੀਮ ਇਜ਼ ਟਰਾਂਸਫਾਰਮਡ ਇਨਟੂ ਦਾ ਹੀਟ ਵੈਨ ਦਾ ਇਲੈਕਟ੍ਰੋਨਸ ਸਟ੍ਰਾਈਕ ਦਾ ਵਰਕ ਪੀਸ ਹੈਲਡ ਇਨ ਦਾ ਵੈਕਿਊਮ ਚੈਂਬਰ, ਕਿ ਇਸ ਪੂਰੇ ਪ੍ਰੋਸੈਸ ਦੇ ਵਿੱਚ ਜੋ ਅਸੀਂ ਚੈਂਬਰ ਯੂਜ਼ ਕਰਨਾ, ਸਭ ਤੋਂ ਪਹਿਲੀ ਗੱਲ ਕਿ ਉੱਥੇ ਅਸੀਂ ਵੈਕਿਊਮ ਜਨਰੇਟ ਕਰਕੇ ਰੱਖਾਂਗੇ ਔਰ ਵੈਕਿਊਮਡ ਚੈਂਬਰ ਦੇ ਵਿੱਚ ਜਦੋਂ ਅਸੀਂ ਹਾਈ ਐਕਸਲਰੇਟਿਡ ਇਲੈਕਟ੍ਰੋਨਸ ਇੱਕ ਪਰਟੀਕੂਲਰ ਪਲੇਸ 'ਤੇ ਹਿੱਟ ਕਰਵਾਵਾਂਗੇ ਤਾਂ ਉਹ ਜਿਵੇਂ ਹੀ ਵਰਕ ਪੀਸ ਨੂੰ ਹਿੱਟ ਕਰਨਗੇ ਤਾਂ ਜਿੰਨੀ ਉਹਨਾਂ ਦੀ ਕਾਈਨੈਟਿਕ એનર્ਜੀ ਹੋਏਗੀ ਉਹ ਟੋਟਲੀ ਕਨਵਰਟ ਕਰ ਜਾਵੇਗੀ ਹੀਟ એનર્ਜੀ ਦੇ ਵਿੱਚ, ਜਿਸ ਦੀ ਪ੍ਰੋਸੈਸ ਦੇ ਨਾਲ ਆਪਾਂ ਫਰਦਰ ਅੱਗੇ ਮਸ਼ੀਨਿੰਗ ਨੂੰ ਅਚੀਵ ਕਰਾਂਗੇ। ਇਹ ਸੀ ਜੀ ਇਹਦੀ ਇੰਟਰੋਡਕਟਰੀ ਪੋਰਸ਼ਨ ਕਿ ਇਸ ਦੀ ਇੰਟਰੋਡਕਸ਼ਨ ਕਿਸ ਤਰ੍ਹਾਂ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਇਸ ਦਾ ਪ੍ਰਿੰਸੀਪਲ ਕਿਸ ਤਰੀਕੇ ਦੇ ਨਾਲ ਹੋਏਗਾ, ਇਸ ਦਾ ਜੋ ਸਿਧਾਂਤ ਹੈ। ਵੈਸੇ ਤਾਂ ਬੇਸਿਕਲੀ ਉਹਨੇ ਪ੍ਰਿੰਸੀਪਲ ਦੀ ਵੀ ਗੱਲ ਕਰ ਹੀ ਦਿੱਤੀ ਹੈ। ਸੋ ਨੈਕਸਟ ਅਸੀਂ ਪੜ੍ਹ ਕੇ ਦੇਖਦੇ ਹਾਂ ਪ੍ਰਿੰਸੀਪਲ ਦੇ ਵਿੱਚ ਕੀ ਕਹਿ ਰਿਹਾ। ਦਾ ਪ੍ਰਿੰਸੀਪਲ ਆਫ ਦਾ ਇਲੈਕਟ੍ਰੋਨ ਬੀਮ ਮਸ਼ੀਨਿੰਗ ਇਨ ਵੈਕਿਊਮ ਲਾਈਜ਼ ਇਨ ਦਾ ਯੂਜ਼ ਆਫ ਦਾ ਹਾਈ ਕਾਈਨੈਟਿਕ એનર્ਜੀ moving electrons in electric field which is transferred to the atoms of the work material under focusing result in the rise of the temperature at the spot of focusing। ਤਾਂ ਸੋ ਓਵਰਆਲ ਉਹ ਕੀ ਕਹਿਣਾ ਚਾਹ ਰਿਹਾ ਇਸ ਦੇ ਵਿੱਚ? ਕਹਿੰਦਾ ਜੀ ਜਦੋਂ ਆਪਾਂ ਇੱਕ ਵੈਕਿਊਮਡ ਚੈਂਬਰ ਦੇ ਵਿੱਚ ਜਦੋਂ ਵੈਕਿਊਮ ਜਨਰੇਟ ਕੀਤਾ ਹੋਊਗਾ ਤਾਂ ਉਸ ਜਗ੍ਹਾ 'ਤੇ ਕੁਛ ਆਪਾਂ ਇਲੈਕਟ੍ਰੋਨਸ ਦਾ ਬੀਮ ਜੋ ਕਿ ਇੱਕ ਹਾਈ ਕਾਈਨੈਟਿਕ એનર્ਜੀ ਦੇ ਨਾਲ ਇੱਕ ਪਰਟੀਕੂਲਰ ਪਲੇਸ 'ਤੇ ਜਦੋਂ ਅਸੀਂ ਉਹਨੂੰ ਫੋਕਸ ਕਰਵਾਵਾਂਗੇ ਉਸ ਬੀਮ ਨੂੰ ਤਾਂ ਉਹਦੇ ਦੌਰਾਨ ਕੀ ਹੋਏਗਾ ਕਿ ਜੋ ਉਸ ਦੀ ਕਾਈਨੈਟਿਕ એનર્ਜੀ ਹੈ ਟੋਟਲੀ ਉਹ ਹੀਟ એનર્ਜੀ ਦੇ ਵਿੱਚ ਕਨਵਰਟ ਹੋ ਜਾਏਗੀ ਔਰ ਜਿਸ ਦੇ ਨਾਲ ਉਸ ਜਗ੍ਹਾ 'ਤੇ ਬਹੁਤ ਹੀ ਜ਼ਿਆਦਾ ਹਾਈ ਟੈਂਪਰੇਚਰ ਪ੍ਰੋਡਿਊਸ ਹੋਏਗਾ। ਹਾਈ ਟੈਂਪਰੇਚਰ ਪ੍ਰੋਡਿਊਸ ਹੋਣ ਕਰਕੇ ਉੱਥੇ ਮੈਲਟਿੰਗ ਹੋਏਗੀ, ਮੈਟਲ ਵੇਪਰ ਬਣ ਕੇ ਉੱਡਣਾ ਸਟਾਰਟ ਹੋ ਜਾਏਗਾ, ਰਿਮੂਵ ਹੋਣਾ ਸਟਾਰਟ ਹੋ ਜਾਏਗਾ ਔਰ ਇਸੇ ਤਰੀਕੇ ਦੇ ਨਾਲ ਸਾਡੀ ਮਸ਼ੀਨਿੰਗ ਅਚੀਵ ਹੋ ਜਾਏਗੀ।
ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਇਹਦਾ ਪ੍ਰੋਸੈਸ ਦੇ ਬਾਰੇ ਕਿ ਜੋ ਇਸ ਦਾ ਪ੍ਰੋਸੈਸ ਹੈ ਇਸ ਦੇ ਵਿੱਚ ਅਸੀਂ ਵਰਕਿੰਗ ਅਤੇ ਕੰਸਟਰਕਸ਼ਨ ਦੋਨਾਂ ਦੀ ਹੀ ਗੱਲ ਕਰਾਂਗੇ ਪ੍ਰੋਸੈਸ ਦੇ ਵਿੱਚ। ਸੋ ਆਓ ਇਹਦੇ ਬਾਰੇ ਹੁਣ ਡਿਸਕਸ ਕਰਦੇ ਹਾਂ। ਆਓ ਪਹਿਲਾਂ ਜਲਦੀ ਇਹਦੇ ਥਰੋਟੀਕਲ ਪੋਰਸ਼ਨ ਨੂੰ ਦੇਖ ਲਈਏ ਕਿ ਇਹ ਕੀ ਕਹਿਣਾ ਚਾਹ ਰਿਹਾ, ਦੈਨ ਫਿਰ ਇਹਦੇ ਸੈਟਅਪ ਨੂੰ ਦੇਖ ਕੇ ਅਸੀਂ ਡਿਸਕਸ ਕਰਾਂਗੇ ਕਿ ਇਹਦੀ ਕੰਸਟਰਕਸ਼ਨ ਅਤੇ ਵਰਕਿੰਗ ਕਿਸ ਤਰ੍ਹਾਂ ਦੀ ਹੈ। ਸੋ ਕੀ ਕਹਿ ਰਿਹਾ, ਦ ਸੈਟਅਪ ਕੰਸਿਸਟ ਆਫ ਮੇਨ ਐਲੀਮੈਂਟਸ in an enclosed vacuum chamber which carries the vacuum in order of 10⁵ mm of mercury। ਕਿ ਇਹ ਪੂਰੇ ਦਾ ਪੂਰਾ ਸੈਟਅਪ ਆਪਣੇ ਕੋਲ ਇੱਕ ਵੈਕਿਊਮ ਚੈਂਬਰ ਦੇ ਵਿੱਚ ਹੋਊਗਾ ਔਰ ਉਸ ਦੇ ਵਿੱਚ ਜੋ ਵੈਕਿਊਮ ਹੋਏਗਾ, ਵੈਕਿਊਮ ਦੀ ਜੋ ਕਪੈਸਿਟੀ ਹੋਏਗੀ ਜਾਂ ਜਿਹੜੀ ਉਸ ਦੀ ਅਮਾਊਂਟ ਹੋਏਗੀ ਉਹ ਕਿੰਨੀ ਹੋਣੀ ਚਾਹੀਦੀ ਹੈ, 10⁵ mm of mercury ਦੇ ਬਰਾਬਰ। This chamber is provided with the door through which the workpiece is placed over the table and sealed later on। ਕਿ ਜਦੋਂ ਆਪਣੇ ਕੋਲ ਇੱਕ ਓਪਨਿੰਗ ਦਿੱਤੀ ਹੋਈ ਹੈ ਇਹਦੀ ਇੱਕ ਸਾਈਡ ਦੇ ਉੱਤੇ, ਉਸ ਤੋਂ ਦੀ ਅਸੀਂ ਵਰਕਪੀਸ ਇਹਦੇ ਅੰਦਰ ਰੱਖ ਦੇਣਾ ਹੈ, ਉਸ ਤੋਂ ਬਾਅਦ ਉਸ ਨੂੰ ਅਸੀਂ ਸੀਲ ਕਰ ਦੇਣਾ। The electron gun which emits electron has 3 main parts। ਕਿ ਜਿਹੜੋ ਇਹਦੀ ਇਲੈਕਟ੍ਰੋਨ ਗਨ ਹੈ ਜਿੱਥੋਂ ਇਲੈਕਟ੍ਰੋਨਸ ਨੂੰ ਅਸੀਂ ਐਮਿਟ ਕਰਵਾਉਣਾ ਆ, ਉਸ ਜਗ੍ਹਾ 'ਤੇ ਆਪਣੇ ਕੋਲ ਤਿੰਨ ਮੇਨ ਸਾਡੇ ਕੋਲ ਇਹਦੇ ਪਾਰਟਸ ਨੇ ਜਿਹਦੇ ਵਿੱਚ ਉਹ ਗੱਲ ਕਰ ਰਿਹਾ। ਟੰਗਸਟਨ ਦਾ ਇੱਕ ਫਿਲਾਮੈਂਟ ਹੈ, ਗ੍ਰਿਡ ਕੱਪ ਹੈ ਐਂਡ ਕੈਥੋਡ ਹੈ। Tungsten filament is connected to the negative terminal of the DC power supply to act as cathode, whereas the positive supply is connected to the anode। कि जो नेगेटिव सप्लाई है उस दे नाल ਉਹਨੂੰ ਅਸੀਂ ਅਟੈਚ ਕੀਤਾ ਹੈ ਫਿਲਾਮੈਂਟ ਦੇ ਨਾਲ ਔਰ ਉਸ ਨੂੰ ਅਸੀਂ ਕੈਥੋਡ ਕਿਹਾ ਹੈ, ਔਰ ਪੋਜ਼ਿਟਿਵ ਜਿੱਥੇ ਅਸੀਂ ਕਨੈਕਟ ਕੀਤਾ ਹੈ ਉਸ ਨੂੰ ਅਸੀਂ ਐਨੋਡ ਕਹਿ ਦਿੱਤਾ। So the filament wire is heated to a temperature of about 2500 degree centigrade in vacuum। ਕਿ ਜੋ ਸਾਡੇ ਕੋਲ ਫਿਲਾਮੈਂਟ ਅਸੀਂ ਟੰਗਸਟਨ ਦਾ ਯੂਜ਼ ਕੀਤਾ ਉਸ ਨੂੰ ਵੈਕਿਊਮ ਦੇ ਵਿੱਚ ਅਸੀਂ 2500 ਡਿਗਰੀ ਸੈਂਟੀਗ੍ਰੇਡ ਤੱਕ ਦਾ ਟੈਂਪਰੇਚਰ ਅਟੇਨ ਕਰਵਾਉਣਾ ਹੈ। The heated filament emits electron which are directed by the grid cup to travel downwards। ਕਿ ਜਿਹੜੇ ਉਸ ਜਗ੍ਹਾ ਦੇ ਉੱਤੇ ਫਿਰ ਸਾਡੇ ਕੋਲ ਹੀਟਡ ਫਿਲਾਮੈਂਟ ਦੇ ਕਾਰਨ ਜੋ ਇਲੈਕਟ੍ਰੋਨਸ ਜਨਰੇਟ ਹੋਣਗੇ ਉਸਨਾਂ ਨੂੰ ਅਸੀਂ ਗ੍ਰਿਡ ਕੱਪ ਦੀ ਹੈਲਪ ਦੇ ਨਾਲ ਨੀਚੇ ਨੂੰ ਡਾਇਰੈਕਟ ਕਰਵਾਉਣਾ, ਉਹਨੂੰ ਡਾਇਰੈਕਸ਼ਨ ਅਸੀਂ ਦੇਣੀ ਹੈ। These electrons are attracted by the anode and pass through its aperture in the form of controlled beam without colliding with it। ਸੋ ਕੀ ਕਹਿੰਦਾ ਕਿ ਜਿਹੜੇ ਇਹ ਇਲੈਕਟ੍ਰੋਨਸ ਹੋਣਗੇ ਇਹ ਐਨੋਡ ਵੱਲ ਨੂੰ ਅਟਰੈਕਟ ਹੋਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਅਸੀਂ ਦੇਖਾਂਗੇ ਕਿ ਜੋ ਸਾਡੇ ਇਲੈਕਟ੍ਰੋਨਸ ਨੇ ਉਹ ਕਿੱਥੇ ਜਨਰੇਟ ਹੋ ਰਹੇ ਆ, ਕੈਥੋਡ ਦੇ ਉੱਤੇ, ਔਰ ਐਨੋਡ ਪੋਰਸ਼ਨ ਥੋੜ੍ਹਾ ਨੀਚੇ ਹੈ। ਤਾਂ ਜਿਵੇਂ ਹੀ ਕੈਥੋਡ ਤੋਂ ਮੂਵ ਕਰਨਗੇ ਇਲੈਕਟ੍ਰੋਨਸ, ਉਹ ਐਨੋਡ ਵੱਲ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰਨਗੇ, ਔਰ ਸਿੱਧਾ ਹੀ ਅਸੀਂ ਅਟਰੈਕਟ ਨਹੀਂ ਹੋਣ ਦੇਣੇ, ਉਹਨਾਂ ਨੂੰ ਕੰਟਰੋਲਡ ਫਾਰਮ ਦੇ ਵਿੱਚ ਸਿੱਧਾ ਹੀ ਅੱਗੇ ਪਾਸ ਕਰਵਾ ਦੇਣਾ, ਔਰ ਕੰਟਰੋਲਡ ਬੀਮ ਨੂੰ ਅਸੀਂ ਅੱਗੇ ਜਾ ਕੇ ਕੋਲਾਈਡ ਕਰਵਾ ਦੇਣਾ, ਔਰ ਅਸੀਂ ਆਪਣੀ ਵਰਕਿੰਗ ਜਿਹੜੀ ਆ ਉਹ ਅਚੀਵ ਕਰ ਲੈਣੀ ਆ। ਨੈਕਸਟ ਉਹ ਕਹਿ ਰਿਹਾ ਜੀ ਦ ਪੋਟੈਂਸ਼ੀਅਲ ਡਿਫਰੈਂਸ ਆਫ 50 to 150 ਕਿਲੋਵਾਟ ਇਜ਼ ਮੇਨਟੇਨਡ ਬਿਟਵੀਨ ਦ ਫਿਲਾਮੈਂਟ ਐਂਡ ਦ ਐਨੋਡ। ਕਿ ਜਿਹੜਾ ਫਿਲਾਮੈਂਟ ਹੈ ਜਿਹਨੂੰ ਅਸੀਂ ਕੈਥੋਡ ਬਣਾਇਆ ਹੈ ਐਂਡ ਐਨੋਡ ਬਣਾਇਆ ਹੈ, ਉਹਨਾਂ ਦੇ ਵਿੱਚ ਜੋ ਪੋਟੈਂਸ਼ੀਅਲ ਡਿਫਰੈਂਸ ਅਸੀਂ ਦੇਣਾ ਹੈ, ਜੋ ਉੱਥੇ ਵੋਲਟੇਜ ਹੋਣੀ ਚਾਹੀਦੀ ਹੈ, ਉੱਥੇ ਕਿੰਨਾ ਡਿਫਰੈਂਸ ਹੋਏਗਾ ਜੀ, 50 ਤੋਂ ਲੈ ਕੇ 150 ਕਿਲੋਵੋਲਟ ਤੱਕ ਦਾ ਉੱਥੇ ਡਿਫਰੈਂਸ, ਪੋਟੈਂਸ਼ੀਅਲ ਡਿਫਰੈਂਸ ਹੋ ਸਕਦਾ। ਦ ਇਲੈਕਟ੍ਰੋਨਸ ਪਾਸਿੰਗ ਦ ਐਨੋਡ ਆਰ ਐਕਸਲੇਟਿਡ ਐਂਡ ਅਚੀਵਡ ਹਾਈ ਵੈਲੋਸਿਟੀ। ਕਹਿੰਦੇ ਉੱਥੋਂ ਦੀ ਜਿਹੜੇ ਇਲੈਕਟ੍ਰੋਨਸ ਨੇ ਉਹ ਐਨੋਡ ਦੇ ਥਰੂ ਪਾਸ ਕਰਨਗੇ ਅਤੇ ਹਾਈ ਵੈਲੋਸਿਟੀ ਨੂੰ ਅਚੀਵ ਕਰ ਲੈਣਗੇ। ਦਿਸ ਹਾਈ ਵੈਲੋਸਿਟੀ ਇਲੈਕਟ੍ਰੋਨਸ ਆਫਟਰ ਲੀਵਿੰਗ ਦ ਐਨੋਡ ਪਾਸ ਥਰੂ ਦ ਟੰਗਸਟਨ ਡਾਇਫਰਾਮ ਐਂਡ ਫੋਕਸਿੰਗ ਲੈਂਥ। ਕਿ ਉਸ ਤੋਂ ਬਾਅਦ ਜਿਹੜੇ ਇਲੈਕਟ੍ਰੋਨਸ ਨੇ ਉਹ ਆਪਣੇ ਕੋਲ ਐਨੋਡ ਦੇ ਵਿੱਚੋਂ ਪਾਸ ਕਰਨਗੇ ਅਤੇ ਡਾਇਫਰਾਮ ਦੇ ਵਿੱਚੋਂ ਪਾਸ ਕਰਨਗੇ ਅਤੇ ਫੋਕਸਿੰਗ ਲੈਂਸ ਦੇ ਵਿੱਚੋਂ ਹੁੰਦੇ ਹੋਏ ਆਪਣੇ ਮੇਨ ਟਾਰਗੇਟ ਵੱਲ ਨੂੰ ਵਧਣਗੇ। ਨੈਕਸਟ ਉਹ ਨਾਲ ਹੀ ਗੱਲ ਕਰ ਰਿਹਾ ਜਿਹਦੀ ਦ ਹਾਈ ਵੈਲੋਸਿਟੀ ਬੀਮ ਆਫ ਦ ਇਲੈਕਟ੍ਰੋਨਸ ਵੈਨ ਇੰਪਿੰਜਿਸ ਔਨ ਦ ਵਰਕ ਪੀਸ ਇਟਸ ਕਾਇਨੈਟਿਕ ਐਨਰਜੀ ਇਜ਼ ਰਿਲੀਜ਼ਡ ਐਂਡ ਗੈਟ ਕਨਵਰਟਿਡ ਇਨਟੂ ਦ ਹੀਟ ਐਨਰਜੀ। ਕਿ ਜਿਹੜਾ ਹਾਈ ਵੈਲੋਸਿਟੀ ਦਾ ਜਿਹੜਾ ਬੀਮ ਹੋਊਗਾ ਇਲੈਕਟ੍ਰੋਨਸ ਦਾ, ਉਹ ਇੰਪਿੰਜ ਕਰੂਗਾ, ਬੰਬਾਰਡ ਕਰੂਗਾ ਵਰਕ ਪੀਸ ਨੂੰ, ਔਰ ਜਿਹੜੀ ਉਹਦੀ ਸਾਰੀ ਦੀ ਸਾਰੀ ਕਾਇਨੈਟਿਕ ਐਨਰਜੀ ਹੈ ਉਹ ਰਿਲੀਜ਼ ਕਰਕੇ ਹੀਟ ਐਨਰਜੀ ਦੇ ਵਿੱਚ ਕਨਵਰਟ ਹੋ ਜਾਏਗੀ, ਔਰ ਇਸੇ ਤਰੀਕੇ ਦੇ ਨਾਲ ਹੀ ਸਾਨੂੰ ਜੋ ਵਰਕ ਪੀਸ ਹੈ ਉਹ ਮੈਲਟ ਹੋ ਜਾਏਗਾ, ਵੇਪਰਾਈਜ਼ ਹੋ ਜਾਏਗਾ, ਔਰ ਸਾਡਾ ਜੋ ਰਿਕੁਆਇਰਡ ਫੰਕਸ਼ਨ ਸੀ ਮਸ਼ੀਨਿੰਗ ਦਾ ਉਹ ਸਾਨੂੰ ਅਚੀਵ ਹੋ ਜਾਏਗਾ। ਆਓ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਇਹਦੇ ਕੰਪਲੀਟ ਸੈਟਅਪ ਦੇ ਬਾਰੇ। ਉੱਥੋਂ ਅਸੀਂ ਇਹਦੀ ਕੰਸਟਰਕਸ਼ਨ ਅਤੇ ਵਰਕਿੰਗ ਦੇ ਵਿੱਚ ਦੇਖਦੇ ਹਾਂ ਜੀ ਕੀ ਕਿਵੇਂ ਕਰਨਾ ਹੈ। ਸੋ ਆਓ ਲੈਟ ਅਸ ਸੀ। ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਜੀ ਆਪਣੇ ਕੋਲ ਇੱਕ ਕਲੋਜ਼ਡ ਕੰਟੇਨਰ ਹੈ ਕੰਪਲੀਟ, ਜਿਹਨੂੰ ਅਸੀਂ ਵੈਕਿਊਮ ਚੈਂਬਰ ਲਿਖਿਆ ਹੈ ਇੱਥੇ।
ਸੋ ਇਸ ਕੰਪਲੀਟ ਵੈਕਿਊਮ ਚੈਂਬਰ ਦੇ ਵਿੱਚ ਜਿਹੜੇ ਆਪਣੇ ਕੋਲ ਅੱਗੇ ਕੰਪੋਨੈਂਟਸ ਹੈਗੇ ਨੇ, ਸਭ ਤੋਂ ਪਹਿਲਾਂ ਅਸੀਂ ਇਲੈਕਟ੍ਰੋਨ ਗਨ ਦੀ ਗੱਲ ਕੀਤੀ ਸੀ, ਜਿੱਥੇ ਅਸੀਂ ਇਲੈਕਟ੍ਰੋਨਸ ਨੂੰ ਜਨਰੇਟ ਕਰਨਾ। ਔਰ ਇਹਦੇ ਆਪਾਂ ਜਿਹੜੇ ਕੰਪੋਨੈਂਟਸ ਕਾਊਂਟ ਕੀਤੇ ਸੀ ਕਿਹੜੇ ਕਿਹੜੇ ਸੀਗੇ। ਸਭ ਤੋਂ ਪਹਿਲਾਂ ਸਾਡੇ ਕੋਲ ਗ੍ਰਿਡ ਕੱਪ ਹੈ। ਗ੍ਰਿਡ ਕੱਪ ਤੁਸੀਂ ਆਹ ਸ਼ੇਪ ਦੇਖ ਸਕਦੇ ਹੋ, ਜਿਹਨੂੰ ਅਸੀਂ ਨੈਗੇਟਿਵ ਟਰਮੀਨਲ ਦੇ ਨਾਲ DC ਸੋਰਸ ਦੇ ਨਾਲ ਜੋੜਿਆ ਹੋਇਆ। ਔਰ ਦੂਸਰੀ ਸਾਈਡ ਸਾਡੇ ਕੋਲ ਇੱਕ ਟੰਗਸਟਨ ਦਾ ਫਿਲਾਮੈਂਟ ਹੈ, ਜਿਸ ਜਗ੍ਹਾ 'ਤੇ ਸਾਡਾ ਟੈਂਪਰੇਚਰ ਰਾਈਜ਼ ਕਰਕੇ ਸਾਡੇ ਇਲੈਕਟ੍ਰੋਨ ਜਨਰੇਟ ਹੋਣੇ ਆ ਜਿਸ ਜਗ੍ਹਾ ਦੇ ਉੱਤੇ। ਸੋ ਟੰਗਸਟਨ ਦਾ ਫਿਲਾਮੈਂਟ ਹੈ, ਜਿਹਨੂੰ ਅਸੀਂ ਕੈਥੋਡ ਕਹਿ ਦਿੱਤਾ। ਨੈਕਸਟ ਹੈ ਸਾਡਾ ਐਨੋਡ। ਐਨੋਡ ਸਾਡੇ ਕੋਲ ਇਸ ਜਗ੍ਹਾ ਦੇ ਉੱਤੇ ਪੋਜ਼ੀਟਿਵ ਸਪਲਾਈ ਦੇ ਨਾਲ ਜੁੜਿਆ ਹੋਇਆ DC ਪਾਵਰ ਦੀ। ਸੋ ਨੈਕਸਟ ਤੁਸੀਂ ਦੇਖ ਪਾ ਰਹੇ ਹੋ ਕਿ ਸਾਡੇ ਕੋਲ ਇੱਕ ਡਾਇਫਰਾਮ ਹੈ। ਡਾਇਫਰਾਮ ਕਾਹਦਾ ਬਣਿਆ ਹੋਇਆ ਹੈ? ਟੰਗਸਟਨ ਦਾ ਹੈ। ਇਟਸ ਅ ਸਮਾਲ ਓਪਨਿੰਗ, ਇੱਕ ਛੋਟੀ ਜੀ ਓਪਨਿੰਗ ਹੈ ਜਿਸ ਦੇ ਵਿੱਚੋਂ ਅਸੀਂ ਬੀਮ ਨੂੰ ਫੋਕਸ ਕਰਕੇ ਅੱਗੇ ਪਾਸ ਕਰਵਾਉਣਾ। ਨੈਕਸਟ ਹੈ ਸਾਡੇ ਕੋਲ ਫੋਕਸਿੰਗ ਲੈਂਸ। ਇਹ ਫੋਕਸਿੰਗ ਲੈਂਸ ਦਾ ਕੀ ਕੰਮ ਹੈ? ਇਹਨੂੰ ਅਸੀਂ ਇੱਥੇ ਲਿਖਿਆ ਨਾਲ ਹੀ ਇਲੈਕਟ੍ਰੋਮੈਗਨੈਟਿਕ, ਕਿ ਇਹ ਇਲੈਕਟ੍ਰੋਮੈਗਨੈਟਿਕ ਇਫੈਕਟ ਦੇ ਉੱਤੇ ਕੰਮ ਕਰੂਗਾ ਔਰ ਉਸ ਬੀਮ ਨੂੰ ਦੁਬਾਰਾ ਤੋਂ ਕਨਵਰਜ ਕਰਨ ਦੀ ਕੋਸ਼ਿਸ਼ ਕਰੂਗਾ। ਠੀਕ ਹੈ ਜੀ। ਨੈਕਸਟ ਆ ਸਾਡੇ ਕੋਲ ਡਿਫਲੈਕਟਰ ਕੋਇਲ। ਇਹ ਡਿਫਲੈਕਟਰ ਕੋਇਲ ਕੀ ਕਰੇਗਾ? ਇਹ ਵੀ ਐਡਜਸਟਰ ਹੀ ਹੈ ਕਿ ਉਸ ਬੀਮ ਨੂੰ ਕਨਵਰਜ ਕਰਕੇ ਫਰਦਰ ਅੱਗੇ ਫੋਕਸ ਕਰਕੇ ਜਿਸ ਜਗ੍ਹਾ ਦੇ ਉੱਤੇ ਸਾਡਾ ਵਰਕ ਪੀਸ, ਜਿੱਥੇ ਅਸੀਂ ਕਟਿੰਗ ਜੋ ਵੀ ਐਕਸ਼ਨ ਲੈਣਾ ਹੈ, ਉੱਥੇ ਹੋਲ ਪ੍ਰੋਡਿਊਸ ਕਰਨਾ ਹੈ, ਕਟਿੰਗ ਕਰਨੀ ਹੈ ਜਾਂ ਕੁਝ ਹੋਰ ਕੰਮ ਕਰਨਾ ਹੈ, ਉਸ ਨੂੰ ਉਸ ਪਰਟੀਕੂਲਰ ਪਲੇਸ ਦੇ ਉੱਤੇ ਫੋਕਸ ਕਰੂਗਾ। ਸੋ ਨੀਚੇ ਹੈ ਸਾਡਾ ਵਰਕ ਪੀਸ ਦੇ ਨੀਚੇ ਹੈ ਸਾਡਾ ਟੇਬਲ। ਔਰ ਟੇਬਲ ਦੀ ਮੂਵਮੈਂਟ ਅਸੀਂ ਕਰਵਾ ਸਕਦੇ ਹਾਂ ਲੈਫਟ ਰਾਈਟ ਜਾਂ ਅੱਗੇ ਪਿੱਛੇ, ਜਿਸ ਜਗ੍ਹਾ ਦੇ ਉੱਤੇ ਵੀ ਅਸੀਂ ਫੋਕਸ ਕਰਵਾਉਣਾ ਹੈ। ਠੀਕ ਹੈ ਜੀ। ਹੁਣ ਇਸ ਪੂਰੇ ਸਰਕਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੋਏਗਾ ਕਿ ਸਭ ਤੋਂ ਉੱਤੇ ਜਿੱਥੇ ਸਾਡਾ ਇਲੈਕਟ੍ਰੋਨ ਗਨ ਹੈ, ਇਸ ਜਗ੍ਹਾ 'ਤੇ ਜਦੋਂ ਅਸੀਂ ਪਾਵਰ ਸੋਰਸ ਦੇ ਨਾਲ ਜੋੜਿਆ ਤਾਂ ਆਪਣੇ ਕੋਲ ਇਲੈਕਟ੍ਰੋਨਸ ਜਨਰੇਟ ਹੋਣਗੇ ਔਰ ਇਸ ਕੱਪ ਦੇ ਥਰੂ ਉਹਨਾਂ ਨੂੰ ਹੋਲਡ ਕੀਤਾ ਜਾਊਗਾ, ਉਹਨਾਂ ਨੂੰ ਡਾਇਰੈਕਟ ਕੀਤਾ ਜਾਊਗਾ ਕਿ ਉਹ ਆਲੇ ਦੁਆਲੇ ਨਾ ਫੈਲਣ, ਉਹ ਸਿੱਧਾ ਡਾਇਰੈਕਟ ਨੀਚੇ ਨੂੰ ਜਾਣ। ਔਰ ਸਾਨੂੰ ਪਤਾ ਹੈ ਕਿ ਜਦੋਂ ਨੈਗੇਟਿਵ ਜਗ੍ਹਾ ਦੇ ਉੱਤੇ ਇਲੈਕਟ੍ਰੋਨ ਜਨਰੇਟ ਹੁੰਦੇ ਨੇ ਤਾਂ ਪੋਜ਼ੀਟਿਵ ਟਰਮੀਨਲ ਵੱਲ ਨੂੰ ਅਟਰੈਕਟ ਹੋਣਗੇ ਹੀ ਹੋਣਗੇ। ਸੋ ਜੋ ਐਨੋਡ ਦਾ ਫੰਕਸ਼ਨ ਹੈ ਉਹ ਉਹਨਾਂ ਨੂੰ ਡਾਇਰੈਕਸ਼ਨ ਦੇਗਾ ਕਿ ਉਹ ਸਾਰੇ ਦੇ ਸਾਰੇ ਨੀਚੇ ਵੱਲ ਨੂੰ ਆਉਣ, ਔਰ ਨਾਲ ਹੀ ਉਹਨਾਂ ਨੂੰ ਫੋਕਸ ਕਰਕੇ ਉਹਨਾਂ ਨੂੰ ਡਾਇਵਰਜ ਕਰਕੇ ਇਸ ਪਰਟੀਕੂਲਰ ਪਲੇਸ 'ਤੇ ਲੈ ਕੇ ਆ ਰਿਹਾ। ਔਰ ਇਸ ਪਰਟੀਕੂਲਰ ਪਲੇਸ 'ਤੇ ਹੈ ਸਾਡੇ ਕੋਲ ਡਾਇਫਰਾਮ, ਇੱਕ ਸਮਾਲ ਓਪਨਿੰਗ, ਜਿਸ ਜਗ੍ਹਾ 'ਤੇ ਉਹ ਓਪਨਿੰਗ ਦੇ ਵਿੱਚੋਂ ਪੂਰੇ ਦਾ ਪੂਰਾ ਬੀਮ ਜੋ ਹੈ ਪਾਸ ਕਰੇਗਾ ਔਰ ਇਸ ਜਗ੍ਹਾ 'ਤੇ ਫਰਦਰ ਉਹ ਅੱਗੇ ਡਾਇਵਰਜ ਹੋਣ ਦੀ ਕੋਸ਼ਿਸ਼ ਕਰ ਰਿਹਾ। ਸੋ ਉਸ ਡਾਇਵਰਜਨ ਨੂੰ ਦੁਬਾਰਾ ਫਿਰ ਫੋਕਸ ਕਰਨ ਦੇ ਲਈ ਅਸੀਂ ਇੱਥੇ ਫੋਕਸਿੰਗ ਲੈਂਸ ਲਗਾ ਦਿੱਤਾ ਔਰ ਇਸ ਨੂੰ ਪੂਰੇ ਨੂੰ ਕੰਪਲੀਟ ਨੂੰ ਉਹਨੂੰ ਫੋਕਸ ਕਰਕੇ ਉਹ ਆਪਾਂ ਵਰਕ ਪੀਸ ਦੇ ਉੱਤੇ ਦੁਬਾਰਾ ਸੈੱਟ ਕਰ ਦਿੱਤਾ ਉਹਨੂੰ ਬੰਬਾਰਡਮੈਂਟ ਵਾਸਤੇ। ਸੋ ਨਾਲ ਹੀ ਸਾਡੇ ਕੋਲ ਹੈ ਨੀਚੇ ਡਿਫਲੈਕਟਰ ਕੋਇਲ। ਡਿਫਲੈਕਟਰ ਕੋਇਲ ਕੀ ਕਰੇਗੀ ਕਿ ਉਹਨਾਂ ਨੂੰ ਡਿਫਲੈਕਟ ਹੋਣ ਤੋਂ, ਉਸ ਬੀਮ ਨੂੰ ਡਿਫਲੈਕਟ ਹੋਣ ਤੋਂ ਰੋਕੇਗੀ, ਉਸ ਨੂੰ ਪਰਟੀਕੂਲਰ ਪਲੇਸ ਦੇ ਵਿੱਚ ਫੋਕਸ ਕਰਨ ਦੇ ਲਈ ਹੈਲਪ ਕਰੇਗੀ। ਸੋ ਇਹ ਸੀ ਇਹਦੀ ਛੋਟੀ ਜਿਹੀ ਵਰਕਿੰਗ। ਹੋਪਫੁਲੀ ਤੁਹਾਨੂੰ ਸਮਝ ਆ ਗਈ ਹੋਊਗੀ ਸਾਰਿਆਂ ਨੂੰ ਚੰਗੀ ਤਰ੍ਹਾਂ। ਤੇ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਅਬਾਊਟ ਇਟਸ ਐਪਲੀਕੇਸ਼ਨਸ, ਕਿ ਇਸ ਦਾ ਇਸਤੇਮਾਲ ਅਸੀਂ ਕਿੱਥੇ ਕਿੱਥੇ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਉਹ ਗੱਲ ਕਰ ਰਿਹਾ ਟੂ ਡਰਿਲ ਫਾਈਨ ਗੈਸ ਔਰੀਫਾਈਸ ਆਫ ਲੈਸ ਦੈਨ 0.002 mm। ਹੁਣ ਮਾਈਕਰੋਨਿਕ ਲੈਵਲ ਦੇ ਉੱਤੇ ਗੱਲ ਕਰ ਰਿਹਾ ਜੀ ਕਿ ਇਸ ਮਾਈਕਰੋਨਿਕ ਲੈਵਲ ਦੇ ਉੱਤੇ ਅਸੀਂ ਜਦੋਂ ਗੈਸ ਔਰੀਫਾਈਸ ਦਾ ਕੁਝ ਡਾਇਆਮੀਟਰ ਡਰਿਲ ਕਰਨਾ ਹੋਵੇ ਤਾਂ ਉਸ ਪਰਟੀਕੂਲਰ ਪਲੇਸ 'ਤੇ ਅਸੀਂ ਇਸ ਦਾ ਇਸਤੇਮਾਲ ਕਰ ਸਕਦੇ ਹਾਂ, ਜਿਵੇਂ ਕਿ ਸਪੇਸ ਦੇ ਨਿਊਕਲੀਅਰ ਰਿਐਕਟਰਸ ਦੇ ਵਿੱਚ, ਟਰਬਾਈਨ ਬਲੇਡਸ ਦੇ ਵਿੱਚ। ਨੈਕਸਟ ਉਹ ਗੱਲ ਕਰ ਰਹੇ ਟੂ ਡਰਿਲ ਮੀਟਰਿੰਗ ਹੋਲਸ ਇਨ ਇੰਜੈਕਟਰ ਨੋਜ਼ਲ ਇਨ ਡੀਜ਼ਲ ਇੰਜਨਸ, ਕਿ ਡੀਜ਼ਲ ਇੰਜਨਸ ਦੇ ਵਿੱਚ ਜਦੋਂ ਆਪਾਂ ਇੰਜੈਕਟਰ ਜਿਹੜਾ ਯੂਜ਼ ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਿਲਕੁਲ ਬਰੀਕ ਫਾਈਨ ਹੋਲਸ ਹੁੰਦੇ ਨੇ। ਸੋ ਉਹਨਾਂ ਹੋਲਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਜਨਰੇਟ ਕਰ ਸਕਦੇ ਹਾਂ। ਨੈਕਸਟ ਉਹ ਗੱਲ ਕਰ ਰਹੇ ਟੂ ਸਕਰਾਈਬ ਥਿਨ ਫਿਲਮਸ, ਕਿ ਜਿਹੜੀਆਂ ਆਪਣੇ ਕੋਲ ਕੁਝ ਥਿਨ ਫਿਲਮਸ ਕਿਸੇ ਮਟੀਰੀਅਲ ਦੇ ਉੱਤੇ ਜੰਮ ਜਾਂਦੀਆਂ ਨੇ, ਉਹ ਆਇਲ ਦੀ ਫਿਲਮ ਹੋ ਸਕਦੀ ਆ, ਗਰੀਸ ਦੀ ਫਿਲਮ ਹੋ ਸਕਦੀ ਹੈ, ਤਾਂ ਉਹਨਾਂ ਫਿਲਮਸ ਨੂੰ ਸਾਫ਼ ਕਰਨ ਦੇ ਲਈ ਕੰਮ ਆਉਂਦੀ ਹੈ ਪ੍ਰੋਸੈਸ। ਟੂ ਰਿਮੂਵ ਸਮਾਲ ਬ੍ਰੋਕਨ ਟੈਪਸ ਫਰੋਮ ਦਾ ਹੋਲਸ, ਕਿ ਸਪੋਜ਼ ਕਿਸੇ ਹੋਲ ਦੇ ਵਿੱਚ, ਕਿਸੇ ਪਾਈਪ ਦੇ ਵਿੱਚ ਮੇਰੀ ਕੁਝ ਟੁੱਟ ਗਈ ਅੰਦਰ ਹੀ, ਉਹਨਾਂ ਟੈਪਸ ਨੂੰ ਅਸੀਂ ਰਿਮੂਵ ਕਰਨ ਦੇ ਲਈ ਇਸ ਪ੍ਰੋਸੈਸ ਦਾ ਯੂਜ਼ ਕਰਦੇ ਹਾਂ। ਟੂ ਮਸ਼ੀਨ ਮਟੀਰੀਅਲ ਆਫ ਲੋ ਹੀਟ ਕੰਡਕਟੀਵਿਟੀ ਐਂਡ ਹਾਈ ਮੈਲਟਿੰਗ ਪੁਆਇੰਟ, ਕਿ ਕੁਝ ਮਟੀਰੀਅਲ ਜਿਨ੍ਹਾਂ ਦਾ ਹੀਟ ਕੰਡਕਟੀਵਿਟੀ ਕਾਫੀ ਘੱਟ ਹੈ ਔਰ ਉਹਨਾਂ ਦਾ ਮੈਲਟਿੰਗ ਪੁਆਇੰਟ ਕਾਫੀ ਜ਼ਿਆਦਾ ਹਾਈ ਹੈ, ਉਹਨਾਂ ਮਟੀਰੀਅਲਸ ਨੂੰ ਮਸ਼ੀਨ ਕਰਨ ਦੇ ਲਈ ਅਸੀਂ ਇਸ ਪ੍ਰੋਸੈਸ ਦਾ ਇਸਤੇਮਾਲ ਬਖੂਬੀ ਕਰਦੇ ਹਾਂ। ਨੈਕਸਟ ਹੈ ਜੀ ਸਾਡੇ ਕੋਲ ਕੁਝ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਆਫ ਦਿਸ ਪ੍ਰੋਸੈਸ। ਐਨੀ ਮਟੀਰੀਅਲ ਕੈਨ ਬੀ ਮਸ਼ੀਨਡ, ਕਿ ਇਹਦੇ ਐਡਵਾਂਟੇਜ ਸਭ ਤੋਂ ਪਹਿਲਾਂ ਪੁਆਇੰਟ ਗੱਲ ਕਰ ਰਿਹਾ
ਕਿਸੇ ਵੀ ਤਰ੍ਹਾਂ ਦਾ ਕੋਈ ਮਟੀਰੀਅਲ ਹੋਵੇ, ਚਾਹੇ ਉਹ ਕੰਡਕਟਰ ਹੈ, ਨੋਨ ਕੰਡਕਟਰ ਹੈ, ਉਸ ਨੂੰ ਅਸੀਂ ਇਸ ਪ੍ਰੋਸੈਸ ਦੇ ਥਰੂ ਮਸ਼ੀਨ ਕਰ ਸਕਦੇ ਹਾਂ। ਹੁਣ ਇਹ ਚੀਜ਼ ਕਿਵੇਂ ਪੋਸੀਬਲ ਹੈ ਜੀ ਇਹਦੇ ਵਿੱਚ, ਕਿਉਂਕਿ ਸਾਨੂੰ ਪਤਾ ਹੈ ਕਿ ਆਪਾਂ ਇਸ ਪ੍ਰੋਸੈਸ ਦੇ ਵਿੱਚ ਐਨੋਡ ਅਤੇ ਕੈਥੋਡ ਦੋਨੋਂ ਹੀ ਅਸੀਂ ਉੱਪਰ ਵਾਲੀ ਸਾਈਡ 'ਤੇ ਲਏ ਨੇ, ਜਿੱਥੇ ਸਾਡਾ ਟੂਲ ਯੂਜ਼ ਹੋ ਰਿਹਾ। ਮਤਲਬ ਟੂਲ ਦੇ ਕੇਸ ਦੇ ਵਿੱਚ ਅਸੀਂ ਦੋਨੋਂ ਚੀਜ਼ਾਂ ਲਈਆਂ ਨੇ, ਔਰ ਵਰਕ ਪੀਸ ਸਾਡਾ ਕੰਡਕਟਿਵ ਨਹੀਂ ਵੀ ਹੋਊਗਾ ਤਾਂ ਵੀ ਸਾਡਾ ਚੱਲੂਗਾ। ਸੋ ਨੈਕਸਟ ਪੁਆਇੰਟ ਗੱਲ ਕਰ ਰਹੇ ਹਾਂ, ਵਰਕ ਪੀਸ ਇਜ਼ ਨਾਟ ਸਬਜੈਕਟਿਡ ਟੂ ਐਨੀ ਫਿਜ਼ੀਕਲ ਔਰ ਮੈਟਲਰਜੀਕਲ ਡੈਮੇਜ, ਕਿ ਇਸ ਕੇਸ ਦੇ ਵਿੱਚ ਜਿਹੜੇ ਸਾਡੇ ਵਰਕ ਪੀਸ ਹੋਣਗੇ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਫਿਜ਼ੀਕਲ ਜਾਂ ਮੈਟਲਰਜੀਕਲ ਡੈਮੇਜ ਨਹੀਂ ਹੋਊਗਾ। Close dimension tolerances can be achieved as the tool wear is non-existent, ਕਿ ਇਸ ਕੇਸ ਦੇ ਵਿੱਚ ਜਿਹੜੀਆਂ ਟੂਲ ਦੀਆਂ ਜਿਹੜੀਆਂ ਕਲੋਜ਼ ਡਾਇਮੈਂਸ਼ਨ ਟੋਲਰੈਂਸਿਸ ਨੇ, ਕਿ ਸਪੋਜ਼ ਕਿਸੇ ਵੀ ਵਰਕ ਪੀਸ ਦੇ ਵਿੱਚ ਸਾਨੂੰ ਐਕੂਰੇਸੀ ਬਹੁਤ ਜ਼ਿਆਦਾ ਹਾਈ ਚਾਹੀਦੀ ਹੈ ਤਾਂ ਉਸ ਕੇਸ ਦੇ ਲਈ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ, ਔਰ ਇਸ ਕੇਸ ਦੇ ਵਿੱਚ ਸਾਡਾ ਜੋ ਟੂਲ ਵੀਅਰ ਹੈ ਉਹ ਨਾ ਦੇ ਬਰਾਬਰ ਹੈ, ਕਿਉਂਕਿ ਟੂਲ ਯੂਜ਼ ਹੀ ਨਹੀਂ ਕਰ ਰਹੇ ਅਸੀਂ ਇੱਥੇ, ਕਿਉਂਕਿ ਬੀਮ ਯੂਜ਼ ਕਰ ਰਹੇ ਹਾਂ ਇੱਥੇ ਇਲੈਕਟ੍ਰੋਨਸ ਦਾ, ਇਸ ਕਰਕੇ। ਨੈਕਸਟ ਉਹ ਗੱਲ ਕਰ ਰਿਹਾ, ਹੀਟ ਕੈਨ ਬੀ ਕੰਸਨਟਰੇਟਿਡ ਔਨ ਅ ਪਰਟੀਕੂਲਰ ਸਪੌਟ, ਕਿ ਜਿਹੜੀ ਹੀਟ ਹੈ ਉਸ ਨੂੰ ਅਸੀਂ ਕਿਸੇ ਵੀ ਜਗ੍ਹਾ 'ਤੇ ਕੰਸਨਟਰੇਟ ਕਰਕੇ ਆਪਦੀ ਮਸ਼ੀਨਿੰਗ ਦਾ ਪ੍ਰੋਸੈਸ ਜੋ ਹੈ ਅਸੀਂ ਅਚੀਵ ਕਰ ਸਕਦੇ ਹਾਂ। ਐਨ ਐਕਸੀਲੈਂਟ ਟੈਕਨੀਕ ਫॉर ਮਾਈਕਰੋ ਮਸ਼ੀਨਿੰਗ, ਕਿ ਬਹੁਤ ਹੀ ਵਧੀਆ ਪ੍ਰੋਸੈਸ ਹੈ ਜਿਸ ਦੇ ਵਿੱਚ ਅਸੀਂ ਮਾਈਕਰੋ ਲੈਵਲ ਦੇ ਉੱਤੇ ਵੀ ਮਸ਼ੀਨਿੰਗ ਅਚੀਵ ਕਰ ਸਕਦੇ ਹਾਂ। ਨੋ ਫਿਜ਼ੀਕਲ ਕੰਟੈਕਟ ਬਿਟਵੀਨ ਦਾ ਵਰਕ ਐਂਡ ਟੂਲ, ਕਿ ਇਸ ਕੇਸ ਦੇ ਵਿੱਚ ਸਾਡੇ ਕੋਲ ਵਰਕ ਪੀਸ ਅਤੇ ਟੂਲ ਦੇ ਵਿੱਚ ਕੰਟੈਕਟ ਨਹੀਂ ਹੁੰਦਾ। ਇਹਦੇ ਨਾਲ ਹੀ ਕੁਛ ਉਹ ਡਿਸਐਡਵਾਂਟੇਜਿਸ ਦੇ ਬਾਰੇ ਵੀ ਗੱਲ ਕਰ ਰਿਹਾ। ਇਨੀਸ਼ੀਅਲ ਇਨਵੈਸਟਮੈਂਟ ਇਜ਼ ਹਾਈ, ਕਿ ਇਨੀਸ਼ੀਅਲ ਜੋ ਕਾਸਟ ਹੈ ਮਸ਼ੀਨ ਦੀ ਉਹ ਬਹੁਤ ਜ਼ਿਆਦਾ ਹਾਈ ਹੈ। ਹਾਈਲੀ ਸਕਿਲਡ ਆਪਰੇਟਰ ਇਜ਼ ਰਿਕੁਆਇਰਡ ਟੂ ਪਰਫਾਰਮ ਦਾ ਆਪਰੇਸ਼ਨ, ਕਿ ਇਸ ਮਸ਼ੀਨ ਨੂੰ ਚਲਾਉਣ ਦੇ ਲਈ ਹਾਈ ਸਕਿਲਡ ਵਰਕਰ ਦੀ ਲੋੜ ਪੈਂਦੀ ਹੈ। ਪਾਵਰ ਕੰਜ਼ੰਪਸ਼ਨ ਇਜ਼ ਹਾਈ, ਪਾਵਰ ਦੀ ਕੰਜ਼ੰਪਸ਼ਨ ਬਹੁਤ ਜ਼ਿਆਦਾ ਹੈ। ਡਿਫੀਕਲਟ ਟੂ ਪ੍ਰੋਡਿਊਸ ਸਲੋਟਸ ਹੋਲਸ ਆਫ ਯੂਨੀਫਾਰਮ ਸ਼ੇਪ ਐਂਡ ਡਾਇਮੈਂਸ਼ਨਸ, ਕਿ ਇਸ ਦੇ ਵਿੱਚ ਸਾਡੇ ਕੋਲ ਇੱਕ ਹੋਰ ਬਹੁਤ ਵੱਡਾ ਨੁਕਸਾਨ ਹੈ ਕਿ ਇਸ ਦੇ ਵਿੱਚ ਜੇ ਅਸੀਂ ਸਲੋਟਸ ਕਿਸੇ ਮਸ਼ੀਨਿੰਗ ਪ੍ਰੋਸੈਸ ਦੇ ਵਿੱਚ ਅਚੀਵ ਕਰਨੇ ਨੇ, ਕਿਸੇ ਵਰਕ ਪੀਸ ਦੇ ਵਿੱਚ ਅਸੀਂ ਸਲੋਟ ਬਣਾਉਣਾ ਚਾਹੁੰਦੇ ਹਾਂ ਔਰ ਹੋਲਸ ਬਣਾਉਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਸਾਡੇ ਕੋਲ ਸ਼ੇਪ ਜਾਂ ਡਾਇਮੈਂਸ਼ਨ ਯੂਨੀਫਾਰਮ ਹੋਵੇ, ਉਹ ਸਾਡੇ ਕੋਲ ਇੱਥੇ ਪੋਸੀਬਲ ਨਹੀਂ ਹੈ। ਮਟੀਰੀਅਲ ਰਿਮੂਵਲ ਰੇਟ ਇਜ਼ ਲੋ, ਮਟੀਰੀਅਲ ਰਿਮੂਵਲ ਦਾ ਰੇਟ ਬਹੁਤ ਜ਼ਿਆਦਾ ਘੱਟ ਹੈ। ਨਾਟ ਸਿਊਟੇਬਲ ਫॉर ਪ੍ਰੋਡਿਊਸਿੰਗ ਪਰਫੈਕਟਲੀ ਸਿਲੰਡਰੀਕਲ ਡੀਪ ਹੋਲਸ, ਜਿਵੇਂ ਉੱਤੇ ਇਸ ਪੁਆਇੰਟ ਦੇ ਵਿੱਚ ਗੱਲ ਕੀਤੀ ਸੀ ਉਹੀ ਪੁਆਇੰਟ ਨੂੰ ਹੁਣ ਵਰਡਿੰਗ ਚੇਂਜ ਕਰਕੇ ਇੱਥੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਸ ਜਗ੍ਹਾ 'ਤੇ ਅਸੀਂ ਪਰਫੈਕਟਲੀ ਸਿਲੰਡਰੀਕਲ ਡੀਪ ਹੋਲਸ ਜਨਰੇਟ ਕਰਨੇ ਨੇ ਤਾਂ ਉਹ ਚੀਜ਼ ਇੱਥੇ ਇਸ ਪ੍ਰੋਸੈਸ ਦੇ ਨਾਲ ਪੋਸੀਬਲ ਨਹੀਂ ਹੈ। ਐਂਡ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੋਰ ਨੋਟ ਬਣਾ ਕੇ ਨੀਚੇ ਦੇ ਰਿਹਾ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਇਸ ਪ੍ਰੋਸੈਸ ਦੇ ਵਿੱਚ ਸਾਡੇ ਕੋਲ ਜਿੰਨਾ ਵੀ ਪ੍ਰੋਸੈਸ ਅਚੀਵ ਕੀਤਾ ਜਾਂਦਾ ਆ ਉਹ ਵੈਕਿਊਮ ਦੇ ਵਿੱਚ ਕੀਤਾ ਜਾਂਦਾ। ਹੁਣ ਵੈਕਿਊਮ ਕਿਉਂ ਜਨਰੇਟ ਕੀਤਾ ਸੀ? ਕਿਉਂਕਿ ਸਾਡੇ ਕੋਲ ਜੋ ਏਅਰ ਪਾਰਟੀਕਲ ਅਗਰ ਸਿਸਟਮ ਦੇ ਵਿੱਚ ਪ੍ਰੈਜ਼ੈਂਟ ਹੋਣਗੇ ਤਾਂ ਉਹ ਬੀਮ ਦੀ ਵੈਲੋਸਿਟੀ ਨੂੰ ਇਫੈਕਟ ਕਰਨਗੇ, ਤਾਂ ਉਹਨੂੰ ਇਫੈਕਟ ਨਾ ਕਰਨ ਇਸ ਕਰਕੇ ਅਸੀਂ ਉਸ ਜਗ੍ਹਾ 'ਤੇ ਵੈਕਿਊਮ ਜਨਰੇਟ ਕੀਤਾ ਸੀ। ਔਰ ਇੱਥੇ ਉਹ ਗੱਲ ਕਰ ਰਿਹਾ ਕਿ ਜੇ ਅਗਰ ਕਿਸੇ ਸਿਸਟਮ ਦੇ ਵਿੱਚ ਅਸੀਂ ਵੈਕਿਊਮ ਜਨਰੇਟ ਕਰਕੇ ਆਪਰੇਸ਼ਨ ਕਰਵਾਉਂਦੇ ਹਾਂ ਤਾਂ ਉਸ ਟਾਈਮ ਜੋ ਵੈਕਿਊਮ ਉੱਥੇ ਹੈ ਉਹ ਆਪਣੇ ਕੋਲ ਪਰਟੀਕੂਲਰ ਕੁਛ ਸਪੇਸ ਦੇ ਵਿੱਚ ਹੀ ਹੋ ਸਕਦਾ ਹੈ। ਸੋ ਉਹਦੇ ਕਰਕੇ ਸਾਡਾ ਜੋ ਪਰਟੀਕੂਲਰ ਸਪੈਸੀਮਨ ਦਾ ਸਾਈਜ਼ ਹੈ, ਜੋ ਸਾਡਾ ਵਰਕ ਪੀਸ ਹੈ, ਉਹ ਲਿਮਿਟਿਡ ਹੋ ਜਾਂਦਾ। ਬਹੁਤ ਵੱਡੇ ਪੀਸ ਅਸੀਂ ਇਸ ਪ੍ਰੋਸੈਸ ਦੇ ਨਾਲ ਮਸ਼ੀਨ ਨਹੀਂ ਕਰ ਸਕਦੇ। ਸੋ ਇਹਦੇ ਨਾਲ ਹੀ ਮੇਰੇ ਵੱਲੋਂ ਇਹ ਟੌਪਿਕ ਕੰਪਲੀਟ ਹੈ ਜੀ। ਹੋਪਫੁਲੀ ਤੁਹਾਨੂੰ ਇਹ ਟੌਪਿਕ ਕਾਫੀ ਐਡਵਾਂਟੇਜੇਬਲ ਰਿਹਾ ਹੋਏਗਾ। ਸੋ ਅਗਰ ਕੋਈ ਖਾਮੀ ਪੇਸ਼ੀ ਰਹਿ ਗਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਓਕੇ ਜੀ, ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ।